ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਹੋਮ ਬਲਿਹਾਰੀ ਸਤਿਗੁਰ ਚਰਨਾ। ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ। ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਟੋਡੀ ਮਹਿਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਹਰ ਹਰ ਚਰਨ ਹਿਰਦੈ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਰਹਾਉ। ਪੁੰਨ ਦਾਨ ਪੂਜਾ ਪਰਮੇਸ਼ੁਰ ਹਰ ਕੀਰਤ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ। ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾ। ਹਰ ਨਾਨਕ ਕੰਠ ਮੰਝਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਹੁਰ ਕਛ ਨ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾ। ਹਰ ਨਾਨਕ ਕੰਠ ਮੰਝਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਅੱਜ ਦਾ ਪਾਵਨ ਮੁੱਖ ਵਾਕ ਟੋਡੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਵਚਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਅੰਕ 718 ਦੇ ਉੱਤੇ ਦਰਜ ਹਨ। ਸਤਿਗੁਰੂ ਜੀ ਪਾਵਨ ਪਵਿੱਤਰ ਮੁੱਖ ਵਾਕ ਦੇ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਖ ਰਹੇ ਹਨ, ਟੋਡੀ ਮਹਿਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ।
ਰਹਾਉ। ਸਤਿਗੁਰੂ ਨੇ ਸਾਨੂੰ ਸਮਝਾਇਆ ਕਿ हे ਭਾਈ, ਹਰੀ ਪਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਸਾਂਭ ਕੇ ਰੱਖ। ਉੜ ਧਾਰੇ ਦਾ ਅਰਥ ਹੈ ਹਿਰਦੇ ਵਿੱਚ ਟਿਕਾ ਕੇ ਰੱਖ। ਸਿਮਰ ਸੁਆਮੀ ਸਤਿਗੁਰ ਆਪਣਾ। ਆਪਣੇ ਸਤਿਗੁਰ ਨੂੰ ਤੇ ਮਾਲਕ ਪ੍ਰਭੂ ਨੂੰ ਸਿਮਰ ਕੇ ਸਤਿਗੁਰ ਆਖ ਰਹੇ ਨੇ, ਕਾਰਜ ਸਫਲ ਹਮਾਰੇ। ਅਸਾਂ ਜੀਵਾਂ ਦੇ ਜਿਹੜੇ ਕਾਰਜ ਨੇ ਉਹ ਸਾਰੇ ਸਿਰੇ ਚੜ੍ਹ ਜਾਂਦੇ ਹਨ, ਸਫਲ ਹੋ ਜਾਂਦੇ ਹਨ। ਸਾਰੇ ਕਾਰਜ ਜਿਹੜੇ ਨੇ ਉਹ ਸੰਪੰਨ ਹੋ ਜਾਂਦੇ ਨੇ, ਸੰਪੂਰਨ ਹੋ ਜਾਂਦੇ ਨੇ। ਅੱਗੇ ਵਿਆਖਿਆ ਕਰਦੇ ਹੋਏ ਗੁਰੂ ਸਾਹਿਬ ਜੀ ਪਹਿਲੇ ਪਦੇ ਵਿੱਚ ਸਮਝਾ ਰਹੇ ਹਨ, ਕਿਉਂਕਿ ਇਹ ਕੇਂਦਰੀ ਭਾਵ ਸੀ ਜਿਹਦੀ ਅਸੀਂ ਵਿਚਾਰ ਸਰਵਣ ਕੀਤੀ। ਅਗਲਾ ਪਦਾ ਹੈ, ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਤਤ ਵਿਚਾਰ ਦਾ ਅਰਥ ਹੁੰਦਾ ਹੈ ਕਿ ਸਾਰੀਆਂ ਵਿਚਾਰਾਂ ਦਾ ਇਹ ਨਿਚੋੜ ਹੈ, ਇਹ ਤਤ ਹੈ। ਹਰ ਕੀਰਤ, ਪਰਮਾਤਮਾ ਦੀ ਕੀਰਤ ਦਾ ਅਰਥ ਹੁੰਦਾ ਸਿਫਤ ਸਲਾਹ ਹੀ ਪਰਮਾਤਮਾ ਦੀ ਪੂਜਾ ਹੈ, ਪੂਜਾ ਪਰਮੇਸ਼ਰ। ਤੇ ਹਰੀ ਪਰਮਾਤਮਾ ਦੀ ਸਿਫਤ ਸਲਾਹ ਹੀ ਪੁੰਨ ਦਾਨ ਹੈ। ਭਾਵ ਕਿ ਗੁਰੂ ਸਾਹਿਬ ਕਹਿੰਦੇ ਮੈਂ ਸਾਰੀਆਂ ਵਿਚਾਰਾਂ ਦਾ ਇਹ ਨਿਚੋੜ ਕੱਢਿਆ, ਇਹ ਤੱਤ ਨੂੰ ਵਿਚਾਰਿਆ ਹੈ ਕਿ ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੀ ਸਿਫਤ ਸਲਾਹੀ ਪਰਮਾਤਮਾ ਦੀ ਪੂਜਾ ਹੈ ਅਤੇ ਪਰਮਾਤਮਾ ਦੀ ਕੀਰਤੀ ਸਿਫਤ ਸਲਾਹ ਵਡਿਆਈ ਹੀ ਪੁੰਨ ਦਾਨ ਹੈ। ਅਗਲੇ ਵਚਨ ਕੀਤੇ, ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ। ਸਤਿਗੁਰੂ ਜੀ ਆਖ ਰਹੇ ਨੇ, ਪ੍ਰਭੂ ਪਰਮਾਤਮਾ, ਅਗਮ ਦਾ ਅਰਥ ਹੁੰਦਾ ਅਪਹੁੰਚ, ਗਮ ਦਾ ਅਰਥ ਹੁੰਦਾ ਜਾਣਨਾ। ਅਗਮ ਜਿੱਥੇ ਤੱਕ ਅਸੀਂ ਪਹੁੰਚ ਨਾ ਸਕੀਏ, ਜਿੱਥੇ ਤੱਕ ਸਾਡੀ ਪਹੁੰਚ ਨਾ ਹੋ ਸਕੇ। ਆਓ ਕਿ ਪਰਮਾਤਮਾ ਅਪਹੁੰਚ ਹੈ। ਅਪਾਰੇ ਦਾ ਅਰਥ ਹੈ ਬੇਅੰਤ ਹੈ। ਠਾਕੁਰ ਦਾ ਅਰਥ ਹੁੰਦਾ ਮਾਲਕ। ਅਪਹੁੰਚ ਅਤੇ ਬੇਅੰਤ ਮਾਲਕ ਪ੍ਰਭੂ ਨੂੰ ਸਿਮਰਦਿਆਂ, ਉਹਦੇ ਗੁਣ ਗਾਉਂਦਿਆਂ। ਗੁਣ ਗਾਵਤ ਅਰਥ ਹੈ ਕਿ ਪਰਮਾਤਮਾ ਦੇ ਗੁਣ ਗਾਉਂਦਿਆਂ, ਉਸ ਬੇਅੰਤ ਅਤੇ ਅਗਮ ਪ੍ਰਭੂ ਦੇ ਗੁਣ ਗਾਉਂਦਿਆਂ ਮਾਲਕ ਕਹਿੰਦੇ ਨੇ ਅਤੁਲ ਸੁਖ ਪਾਇਆ। ਉਹ ਸੁੱਖ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਸ ਸੁੱਖ ਨੂੰ ਤੋਲਿਆ ਨਹੀਂ ਜਾ ਸਕਦਾ। ਭਾਵ ਕਿ ਬੇਅੰਤ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮਾਤਮਾ ਦੇ ਗੁਣ ਗਾਉਂਦਿਆਂ, ਪਰਮਾਤਮਾ ਦੀ ਸਿਫਤ ਸਲਾਹ ਕੀਤਿਆਂ। ਅਸਲ ਵਿੱਚ ਗੁਰਬਾਣੀ ਨੇ ਤਾਂ ਹੀ ਆਖਿਆ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ। ਜੋ ਸੁਖ ਪਰਮਾਤਮਾ ਦੀ ਸਿਫਤ ਵਿੱਚ ਹੈ, ਗੁਣ ਗਾਉਣ ਵਿੱਚ ਹੈ, ਉਹ ਰਾਜ ਪਾਠ ਵਿੱਚ ਵੀ ਸੁਖ ਨਹੀਂ ਹੈ। ਜੋ ਸੁਖ ਪਰਮਾਤਮਾ ਦੇ ਨਾਮ ਦੇ ਵਿੱਚ ਹੈ। ਇਸ ਕਰਕੇ ਗੁਣ ਗਾਉਂਦੇ ਆ ਮਹਾਰਾਜ ਕਹਿੰਦੇ ਨੇ ਐਸਾ ਸੁਖ ਮਿਲਦਾ ਜਿਸ ਸੁਖ ਨੂੰ ਤੋਲਿਆ ਨਹੀਂ ਜਾ ਸਕਦਾ। ਭਾਵ ਕਿ ਬੇਅੰਤ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਆਤਮਿਕ ਸੁਖ ਮਿਲ ਜਾਂਦਾ ਹੈ ਜਿਹੜਾ ਆਤਮਿਕ ਸੁਖ ਕਿਸੇ ਚੀਜ਼ ਦੇ ਬੱਲੇ ਖਰੀਦਿਆ ਨਹੀਂ ਜਾ ਸਕਦਾ। ਫਿਰ ਆਖ ਰਹੇ ਨੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ। ਜੋ ਦਾ ਅਰਥ ਹੈ ਜਿਹੜੇ ਵੀ ਸੇਵਕ, ਜਨ ਕਹਿੰਦੇ ਨੇ ਸੇਵਕ ਨੂੰ। ਭਾਵ ਕਿ ਜਿਨ੍ਹਾਂ ਸੇਵਕਾਂ ਨੂੰ ਪਾਰ ਬ੍ਰਹਮ ਪਰਮਾਤਮਾ ਨੇ ਆਪਣਾ ਬਣਾ ਲਿਆ, ਆਪਣੇ ਸੇਵਕ ਬਣਾ ਲਿਆ, ਆਪਣੇ ਨਾਲ ਜੋੜ ਲਿਆ। ਤਿਨਕਾ ਬਹੁਰ ਕਛ ਨਾ ਵਿਚਾਰੇ। ਸਤਿਗੁਰ ਕਹਿੰਦੇ ਨੇ ਉਹਨਾਂ ਦੇ ਕੀਤੇ ਹੋਏ ਕਰਮਾਂ ਦੀ ਉਸ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਪੁੱਛ ਗਿੱਛ ਨਹੀਂ ਹੁੰਦੀ। ਉਹਨਾਂ ਦੇ ਕੀਤੇ ਕਰਮਾਂ ਦੀ ਕੋਈ ਵਿਚਾਰ ਨਹੀਂ ਹੁੰਦੀ, ਸਗੋਂ ਉਹਨਾਂ ਦੇ ਸਾਰੇ ਕਰਮ ਪਰਮਾਤਮਾ ਨਾਲ ਜੁੜ ਕੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਸਾਰੇ ਉਸ ਵੇਲੇ ਹੀ ਤਤਕਾਲ ਹੀ ਉਹਨਾਂ ਦੇ ਜੀਵਨ ਵਿੱਚੋਂ ਉਹ ਸਾਰੇ ਕਰਮ ਖਤਮ ਹੋ ਜਾਂਦੇ ਹਨ। ਉਹ ਕਰਮ ਉਸ ਵੇਲੇ ਹੀ ਮਿਟ ਜਾਂਦੇ ਹਨ ਜਦੋਂ ਉਹ ਪਰਮਾਤਮਾ ਦੇ ਸੇਵਕ, ਮਾਲਕ ਦੇ ਦਾਸ ਬਣ ਜਾਂਦੇ ਹਨ। ਅਤੇ ਉਹ ਪਰਮਾਤਮਾ ਵੀ ਉਹਨਾਂ ਦੇ ਕੀਤੇ ਹੋਏ ਕਰਮਾਂ ਦੀ ਫਿਰ ਕੋਈ ਵਿਚਾਰ ਨਹੀਂ ਕਰਦਾ। ਅਗਲੇ ਵਚਨ ਮਹਾਰਾਜ ਨੇ ਕੀਤੇ, ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮੰਝਾਰੇ। ਨਾਨਕ ਦਾ ਕੱਕਾ ਮੁਕਤਾ, ਇਸ ਦਾ ਅਰਥ ਹੈ ਹੇ ਨਾਨਕ। ਸੰਬੋਧਨ ਕੀਤਾ ਗਿਆ
ਆਵਾਜ਼ ਮਾਰੀ ਗਈ ਨਾਨਕ ਅੱਖਰ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ, ਹੈ ਨਾਨਕ ਆਖਰ ਨੇ ਸਤਿਗੁਰੂ ਜੀ ਕਿ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਰਤਨ ਰੂਪੀ ਕੀਮਤੀ ਨਾਮ ਨੂੰ, ਕਿਉਂਕਿ ਪਰਮਾਤਮਾ ਦਾ ਨਾਮ ਬੜਾ ਕੀਮਤੀ, ਇਸ ਕਰਕੇ ਰਤਨ ਅੱਖਰ ਲਿਖਿਆ। ਆਓ ਕਿ ਜਿਨ੍ਹਾਂ ਮਨੁੱਖਾਂ ਨੇ, ਜਿਨ੍ਹਾਂ ਸੇਵਕਾਂ ਨੇ ਪਰਮਾਤਮਾ ਦੇ ਰਤਨ ਰੂਪੀ ਜਿਹੜਾ ਕੀਮਤੀ ਨਾਮ ਹੈ ਉਸ ਨੂੰ ਆਪਣੇ ਕੰਠ ਵਿੱਚ, ਗਲੇ ਵਿੱਚ, ਆਓ ਹਿਰਦੇ ਵਿੱਚ ਪਰੋ ਲਿਆ। ਆਓ ਕਿ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਨਾਮ ਨੂੰ ਟਿਕਾ ਲਿਆ ਹੈ, ਆਪਣੇ ਕੰਠ ਵਿੱਚ ਪਰਮਾਤਮਾ ਦੀ ਯਾਦ ਨੂੰ ਟਿਕਾ ਲਿਆ ਹੈ, ਅਤੇ ਉਹ ਕੀ ਕਰਦੇ ਨੇ, ਉਹ ਨਾਮ ਰੂਪੀ ਰਤਨ ਨੂੰ ਸੁਣ ਕੇ ਜਪ ਕੇ ਆਤਮਿਕ ਜੀਵਨ ਹਾਸਲ ਕਰਦੇ ਹਨ। ਮਹਾਰਾਜ ਕਹਿੰਦੇ ਮੈਂ ਤਾਂ ਇਸ ਤਰ੍ਹਾਂ ਹੈ ਨਾਨਕ ਆਤਮਿਕ ਜੀਵਨ ਹਾਸਲ ਕਰਦਾ ਹਾਂ। ਪਾਓ ਕਿ ਤੇਰਾ ਕੀਮਤੀ ਨਾਮ ਮੈਂ ਆਪਣੇ ਮਨ ਵਿੱਚ, ਆਪਣੇ ਕੰਠ ਵਿੱਚ, ਆਪਣੇ ਹਿਰਦੇ ਵਿੱਚ ਪਰੋ ਰਿਹਾ ਹੈ, ਅਤੇ ਨਾਮ ਨੂੰ ਸੁਣ ਕੇ ਜਪ ਕੇ ਆਤਮਿਕ ਜੀਵਨ ਹਾਸਲ ਕਰਦਾ ਹਾਂ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਪਰਮਾਤਮਾ ਦੇ ਨਾਲ ਜੁੜ ਕੇ ਹੀ ਸਾਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਪਰਮਾਤਮਾ ਦੇ ਨਾਲ ਜੁੜ ਕੇ ਹੀ ਸਾਨੂੰ ਉਹ ਅਤਲ ਸੁੱਖ, ਜਿਹੜਾ ਸੁੱਖ ਨੂੰ ਤੋਲਿਆ ਨਹੀਂ ਜਾ ਸਕਦਾ, ਆਓ ਕਿ ਬੇਅੰਤ ਆਤਮਿਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਦੇ ਸੇਵਕ ਬਣ ਕੇ ਹੀ ਸਾਡੇ ਸਾਰੇ ਪਾਪ, ਸਾਡੀਆਂ ਬੁਰਾਈਆਂ, ਸਾਡੇ ਔਗੁਣ ਨੇ ਉਹ ਸਾਰੇ ਕੱਟੇ ਜਾਂਦੇ ਹਨ। ਆਓ ਕਿ ਜੀਵਨ ਦੇ ਅੰਦਰ ਅਸੀਂ ਸੁਰਖਰੂ ਹੋ ਜਾਂਦੇ ਹਾਂ। ਸਾਡੇ ਜੀਵਨ ਦਾ ਲੇਖਾ ਜੋਖਾ ਸਾਰਾ ਨਿਬੜ ਜਾਂਦਾ ਹੈ ਜਦੋਂ ਅਸੀਂ ਪਰਮਾਤਮਾ ਦੇ ਸੇਵਕ ਬਣ ਜਾਂਦੇ ਨੇ, ਰੱਬ ਦੇ ਪਿਆਰੇ ਬਣ ਜਾਂਦੇ ਨੇ। ਗੁਰੂ ਸਾਹਿਬ ਕਿਰਪਾ ਕਰਨ ਕਿ ਆਪ ਆਪਣੇ ਚਰਨਾਂ ਨਾਲ ਸਾਨੂੰ ਜੋੜਨ, ਅਸੀਂ ਹਰੀ ਪਰਮਾਤਮਾ ਦੀ ਕੀਰਤੀ ਕਰੀਏ, ਪਰਮਾਤਮਾ ਦੀ ਸਿਫਤਸਲਾ ਕਰੀਏ। ਉਸ ਦੀ ਸਿਫਤਸਲਾ ਹੀ ਸਾਡੀ ਪੂਜਾ ਬਣ ਜਾਏਗੀ। ਪਰਮਾਤਮਾ ਦੀ ਸਿਫਤਸਲਾ ਹੀ ਸਾਡਾ ਪੁੰਨ ਦੇ ਕਰਮ ਹੋਣਗੇ। ਅਤੇ ਜਿਵੇਂ ਅਸੀਂ ਪਰਮਾਤਮਾ ਦੀ ਕੀਰਤੀ ਕਰਦੇ ਜਾਵਾਂਗੇ, ਫਿਰ ਜ਼ਿੰਦਗੀ ਦੇ ਜਿਤਨੇ ਵੀ ਕਾਰਜ ਨੇ, ਸਾਡੇ ਸਾਰੇ ਕਾਰਜ ਜਿਹੜੇ ਨੇ ਸਫਲ ਹੋ ਜਾਣਗੇ। ਬਹੁਤ ਸਾਰੇ ਕਹਿੰਦੇ ਨੇ ਵੀ ਸਾਡਾ ਇਹ ਕਾਰਜ ਰੁਕਿਆ, ਇਹ ਕਾਰਜ ਰੁਕਿਆ। ਸਦੋਂ ਕਹਿੰਦੇ ਤੂੰ ਰੱਬ ਦਾ ਨਾਮ ਜਪ